ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। तेरे कवन कवन गुण कह गावा। तेरे कवन कवन गुण कह गावा। तू साहिब गुणी निधाना। तुमरी महिमा वर्ण न साको। तू ठाकुर ऊच भगवाना। तू ठाकुर ऊच भगवाना। ऊंचे अपार बेअंत स्वामी। ऊंचे अपार बेअंत स्वामी। कौन जने गुण तेरे। कौन जने गुण तेरे। अपार बेअंत स्वामी। ऊंचे अपार बेअंत स्वामी। कौन जाने गुण तेरे। कौन जाने गुण तेरे। ऊंचे अपार बेअंत स्वामी। ऊंचे अपार बेअंत स्वामी। गावत गावत उधरे सुनते उधरे। गावत उधरे सुनते उधरे। बिन से पाप कनेरे। बिन से है पाप कनेरे। पशु प्रेत मुगस को तारे। पशु प्रेत मुगस को तारे। पाहन पार उतारे। पाहन पार उतारे। नानक दास तेरी शरणाई।
बलिहारे बलिहार ऊंच पार बेअंत स्वामी ऊंचे पार बेअंत स्वामी कौन झड़े गुण तेरे ऊंचे पार बेअंत स्वामी ऊंचे पार बेअंत स्वामी। वाहिगुरु जी का खालसा वाहिगुरु जी की फतेह। आया मुंडा
ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਦਿਚੈ ਪੂਰਬ ਦੇਵਨਾ ਜਿਸ ਕੀ ਵਾਸਤ ਤਿਸੈ ਕਰ ਆਵੈ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ, ਪੂਰਨ ਤਾਲ ਖਟਾਇਆ। ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਹਮੇ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾਡ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਮਨ ਜਾਓ ਭਇਆ ਪ੍ਰਭ ਆਗਮ ਸੁਣਿਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਮਨ ਚਾਉ ਭਇਆ ਜੀ ਪ੍ਰਭ ਆਗਮ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਚਾਉ ਭਇਆ ਮਨ ਚਾਉ ਭਇਆ। ਮਨ ਚਾਉ ਭਇਆ ਮਨ ਚਾਉ ਭਇਆ।
ਚਾਉ ਭਇਆ, ਚਾਉ ਭਇਆ, ਮਨ ਚਾਉ ਭਇਆ, ਮਨ ਚਾਉ ਭਇਆ। ਪ੍ਰਭ ਆਗਮ ਮਨ ਜਾਉ ਭਇਆ, ਪ੍ਰਭ ਆਗਮ ਸੁਣਿਆ। ਮਨ ਜਾਉ ਭਇਆ, ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਣ ਜੋਗੋ। ਪ੍ਰਭ ਆਗਮ ਸੁਣਿਆ ਜੀ, ਮੇਰੇ ਮਨ ਚਾਉ ਭਇਆ। ਆਗਮ ਸੁਣਿਆ ਜੀ, ਮੇਰੇ ਮਨ ਚਾਉ ਭਇਆ। ਆਗਮ ਸੁਣਿਆ ਜੀ, ਮੇਰੇ ਮਨ ਚਾਉ ਭਇਆ। ਪ੍ਰਭ ਆਗਮ ਸੁਣਿਆ, ਮੇਰੇ ਮਨ ਚਾਉ ਭਇਆ। ਜੀ ਮੇਰੇ ਮਨ ਚਾਉ ਭਇਆ, ਪ੍ਰਭ ਆਗਮ ਸੁਣਿਆ ਜੀ, ਮੇਰੇ ਮਨ ਚਾਉ ਭਇਆ। ਆਗਮ ਸੁਣਿਆ, ਆਗਮ ਸੁਣਿਆ, ਆਗਮ ਸੁਣਿਆ, ਆਗਮ ਸੁਣਿਆ। ਆਗਮ ਸੁਣਿਆ, ਆਗਮ ਸੁਣਿਆ। ਆਗਮ ਸੁਣਿਆ, ਆਗਮ ਸੁਣਿਆ, ਆਗਮ ਸੁਣਿਆ, ਆਗਮ ਸੁਣਿਆ। ਆਗਮ ਸੁਣਿਆ, ਆਗਮ ਸੁਣਿਆ। ਆਗਮ ਸੁਣਿਆ, ਮੇਰੇ ਮਨ ਚਾਉ ਭਇਆ। ਆਗਮ ਸੁਣਿਆ ਜੀ, ਮੇਰੇ ਮਨ ਚਾਉ ਭਇਆ। ਸੁਣਿਆ ਜੀ, ਮੇਰੇ ਮਨ ਚਾਉ ਭਇਆ। ਪ੍ਰਭ ਆਗਮ ਸੁਣਿਆ ਜੀ, ਮੇਰੇ ਮਨ ਚਾਉ ਭਇਆ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਰ ਸੰਗਤ, ਅੰਮ੍ਰਿਤ ਵੇਲੇ ਤੋਂ ਜੁਗੋ ਜੁਗੋ ਟਲ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ
ਚਵਰ ਛਤਰ ਤਖਤ ਦੇ ਮਾਲਕ, ਖੰਡਾਂ ਬ੍ਰਹਮੰਡਾਂ ਵਿੱਚ ਬਿਰਾਜਮਾਨ, ਸਰਵ ਸ਼ਕਤੀਮਾਨ, ਸਰਬ ਕਲਾ ਸਮਰੱਥ, ਸਾਂਝੀ ਬਲਤਾ ਦੇ ਪ੍ਰਤੀਕ, ਸਾਂਝੇ ਰਹਿਬਰ ਸ਼ਬਦਾ ਅਵਤਾਰ, ਜੁਗੋ ਜੁਗੋ ਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਰਹੇ ਹੋ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਕੇ ਮਾਨੋ ਸਾਰੀ ਕਾਇਨਾਤ ਨੂੰ ਹੀ ਠੰਡਕ ਵਰਤਾਈ ਹੈ। ਗੁਰੂ ਕੇ ਪਵਿੱਤਰ ਮੁਖ ਵਾਕ ਵਡਭਾਗੀ ਜਨਾਂ ਨੇ ਸਰਵਣ ਕੀਤੇ ਨੇ। ਪੰਜ ਬਾਣੀਆਂ ਨਿਤਨੇਮ ਜੋ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਹਨ, ਉਹਨਾਂ ਦਾ ਜਾਪ ਹੋਇਆ ਹੈ। ਉਪਰੰਤ ਜੋ ਹਫ਼ਤਾਵਾਰੀ ਆਪਾਂ ਸਤਿਗੁਰੂ ਜੀ ਗੋਦ ਦੇ ਅੰਦਰ ਬੈਠ ਕਰਕੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਹਰੀ ਜਸ ਦਾ ਕੀਰਤਨ, ਗੁਰਮਤਿ ਦੀ ਵਿਚਾਰ, ਉਹ ਜਿਤਨਾ ਕੁ ਸਮਾਂ ਆਪਣੇ ਪਾਸ ਹੈ ਇੱਕ ਮਨ ਇੱਕ ਚਿੱਤ ਇਕਾਗਰ ਕਰਕੇ ਪੂਰਾ ਪੂਰਾ ਲਾਭ ਪ੍ਰਾਪਤ ਕਰੀਏ। ਤਦੇ ਹੀ ਸਤਿਗੁਰੂ ਜੀ ਦੀ ਗੋਦ ਦੇ ਅੰਦਰ ਆਉਣ ਦਾ, ਸੰਗਤ ਵਿੱਚ ਆਉਣ ਦਾ ਲਾਭ ਹੈ। ਜੇ ਮਨਵਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਦੇ ਸਰੂਪ ਦਾ ਧਿਆਨ ਧਰ ਕੇ ਗੱਲਾਂ ਬਾਤਾਂ ਨੂੰ ਸੰਕੋਚ ਕੇ ਸਤਿਗੁਰੂ ਜੀ ਦੇ ਦੱਸੇ ਹੋਏ ਮਾਰਗ ਨੂੰ, ਉਹਨਾਂ ਦੇ ਉਪਦੇਸ਼ ਨੂੰ ਅਸੀਂ ਹਿਰਦੇ ਰੂਪੀ ਬਰਤਨ ਦੇ ਵਿੱਚ ਬੰਨ੍ਹ ਕੇ ਲੈ ਕੇ ਜਾਈਏ, ਪਾ ਕੇ ਲੈ ਕੇ ਜਾਈਏ। ਦੇਖੋ ਨਾ, ਜਿਸ ਤਰ੍ਹਾਂ ਮੌਲੇ ਧਾਰ ਵਰਖਾ ਹੋ ਰਹੀ ਹੈ, ਬਾਹਰ ਬੱਦਲ ਵੀ ਪਾਣੀ ਦਾ ਭਰਿਆ ਹੋਇਆ ਹੈ, ਘੁਰਕਟਾ ਚੜ੍ਹੀ ਹੋਈ ਹੈ, ਮੋਟੀ ਮੋਟੀ ਕਣੀ ਵੀ ਪੈ ਰਹੀ ਹੈ। ਖੁੱਲ੍ਹੇ ਅਸਮਾਨ ਦੇ ਵਿੱਚ ਬਾਹਰ ਵਿਹੜੇ 'ਚ ਇੱਕ ਬਰਤਨ ਪਿਆ ਹੈ। ਉਹ ਬਰਤਨ ਮੁੱਧਾ ਪਿਆ ਹੈ, ਭਾਵ ਉਸ ਦਾ ਜਿਹੜਾ ਮੂੰਹ ਹੈ ਉਹ ਥੱਲੇ ਨੂੰ ਹੈ, ਆਕਾਸ਼ ਵੱਲ ਨਹੀਂ ਹੈ ਜਿੱਥੋਂ ਵਰਖਾ ਹੋ ਰਹੀ ਹੈ। ਘੰਟਾ 2 ਘੰਟੇ ਲਗਾਤਾਰ ਜਿਤਨੀ ਦੇਰ ਤੱਕ ਵਰਖਾ ਹੋਈ, ਉਹ ਸਾਰੀ ਵਰਖਾ ਉਸ ਬਰਤਨ ਦੇ ਉੱਪਰ ਹੋਈ। ਉਹ ਜਿਹੜਾ ਭਾਂਡਾ ਸੀ, ਬਰਤਨ ਸੀ, ਬਾਹਰੋਂ ਗਿੱਲਾ ਰਿਹਾ, ਉਹਦੇ ਉੱਪਰ ਕਣੀਆਂ, ਉਹਦੇ ਉੱਪਰ ਵਰਸ਼ਾ ਹੁੰਦੀ ਰਹੀ। ਪਰ ਜਦੋਂ ਵਰਖਾ ਹਟੀ ਹੈ, ਉਸ ਨੂੰ ਉਲਟਾ ਕੇ ਦੇਖਿਆ ਤੇ ਅੰਦਰੋਂ ਸੁੱਕੇ ਦਾ ਸੁੱਕਾ, ਬਾਹਰੋਂ ਗਿੱਲਾ, ਹਵਾ ਲੱਗੀ, ਧੁੱਪ ਨਿਕਲੀ ਤੇ ਬਾਹਰੋਂ ਵੀ ਸੁੱਕ ਗਿਆ। ਇੱਕ ਬੂੰਦ ਵੀ ਉਹਦੇ ਅੰਦਰ ਨਹੀਂ ਗਈ। ਤੇ ਉਹੀ ਮੌਲੇ ਧਾਰ ਵਰਖਾ ਦੇ ਅੰਦਰ ਇੱਕ ਬਰਤਨ ਸਿੱਧਾ ਪਿਆ ਹੈ। ਉਹਦੇ ਵਿੱਚ ਵੀ ਵਰਖਾ ਹੋ ਰਹੀ ਹੈ। ਇਤਨੀ ਵਰਖਾ ਹੋਈ, ਉਹ ਲਵਾ ਲਵ ਭਰ ਗਿਆ। ਉਹਦਾ ਪਾਣੀ ਉਲਟ ਉਲਟ ਕੇ ਲਾਮਾਂ ਦੇ ਵਿੱਚ ਜਾ ਰਿਹਾ ਹੈ। ਵਰਖਾ ਹਟ ਵੀ ਗਈ, ਉਹ ਅੰਦਰੋਂ ਖਾਲੀ ਨਹੀਂ ਰਿਹਾ, ਫਿਰ ਵੀ ਉਹ ਭਰੇ ਦਾ ਭਰਿਆ ਹੀ ਰਹਿ ਗਿਆ। ਇਸੇ ਤਰ੍ਹਾਂ ਹੀ ਹਿਰਦੇ ਰੂਪੀ ਬਰਤਨ ਹੈ, ਬੁੱਧ ਹੈ, ਬੁੱਧ ਰੂਪੀ ਭਾਂਡਾ ਹੈ।
ਇਹ ਨਾ ਹੋਵੇ ਕਿ ਜਿਤਨੀ ਦੇਰ ਤੱਕ ਅਸੀਂ ਸੰਗਤ ਵਿੱਚ ਹੀ ਬੈਠੇ ਹਾਂ ਜਾਂ ਗੁਰੂ ਦੇ ਦੁਆਰੇ 'ਤੇ ਬੈਠੇ ਹਾਂ, ਉਤਨੀ ਦੇਰ ਹੀ ਗਿੱਲੇ ਰਹੀਏ, ਅੰਦਰੋਂ ਸੁੱਕੇ ਰਹੀਏ, ਅਤੇ ਗੁਰੂ ਦੇ ਦੁਆਰੇ ਤੋਂ ਬਾਹਰ ਨਿਕਲੇ ਫਿਰ ਦੀ ਮਨ ਦੀ ਜਿਹੜੀ ਬਿਰਤੀ ਹੈ ਫਿਰ ਬਦਲ ਜਾਵੇ। ਨਹੀਂ ਪੱਲੇ ਬੰਨ੍ਹ ਕੇ ਲੈ ਕੇ ਜਾਣੀ ਹੈ ਗੱਲ, ਸਾਡੇ ਸਾਰਿਆਂ ਵਾਸਤੇ ਹੀ, ਮੇਰੇ ਵਾਸਤੇ ਵੀ, ਤੁਹਾਡੇ ਵਾਸਤੇ ਵੀ, ਕਹਿਣ ਵਾਲਿਆਂ ਵਾਸਤੇ ਵੀ, ਸੁਣਨ ਵਾਲਿਆਂ ਵਾਸਤੇ ਵੀ। ਉਪਦੇਸ਼ ਇੱਕੋ ਹੀ ਹੈ, ਕਿਉਂਕਿ ਜੋ ਸਤਿਗੁਰੂ ਜੀ ਦੀ ਬਾਣੀ ਹੈ, ਧੁਰ ਕੀ ਬਾਣੀ ਹੈ, ਸਤਿਗੁਰੂ ਜੀ ਦਾ ਉਪਦੇਸ਼ ਹੈ, ਇਸ ਨੂੰ ਸਮਝਾ ਦੇਣਾ, ਇਸ ਨੂੰ ਕਹਿ ਦੇਣਾ ਬੜਾ ਸੌਖਾ ਹੈ, ਪਰ ਇਸ ਨੂੰ ਸਮਝਣਾ ਔਰ ਸਮਝ ਲੈਣਾ ਬੜਾ ਔਖਾ ਹੈ। ਅੰਤਰੀ ਭਾਵ 'ਤੇ ਢਾਲ ਕੇ ਦੇਖਣਾ। ਇਹ ਨਾ ਹੋਵੇ ਕਿ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਦੂਜਿਆਂ ਵਾਸਤੇ ਉਪਦੇਸ਼ ਸਤ ਦਾ ਦੇਣਾ ਅਤੇ ਆਪ ਸਤਕਰਮ ਦੇ ਉੱਪਰ ਤੁਲਣਾ ਹੀ ਨਹੀਂ। ਆਪ ਦੇ ਕਰਮ ਨਿਰਮਲ ਨਹੀਂ ਹੋਣੇ, ਫਿਰ ਉਹ ਧਰਮੀ ਨਹੀਂ ਹੈ, ਫਿਰ ਉਹ ਸਤਸੰਗੀ ਨਹੀਂ ਹੈ। ਇਸ ਕਰਕੇ ਜਿਹੜਾ ਨਿੱਤਾ ਪ੍ਰਤੀ ਦਾ ਕਰਮ ਹੈ, ਨਿੱਤਾ ਪ੍ਰਤੀ ਹੀ ਸੰਗਤ ਵਿੱਚ ਜੁੜਨਾ। ਰੋਜ਼ ਘਰਾਂ ਦੇ ਵਿੱਚ ਝਾੜੂ ਪੋਚਾ ਲੱਗਦਾ ਹੈ, ਬੌਕਰ ਫਿਰਦੀ ਹੈ, ਸਾਫ ਸਫਾਈ ਹੁੰਦੀ ਹੈ, ਰੋਜ਼ ਅਸੀਂ ਸਰੀਰ ਦਾ ਇਸ਼ਨਾਨ ਕਰਦੇ ਹਾਂ, ਇਹ ਤਨ ਦੀ ਮੈਲ ਨੂੰ ਉਤਾਰਦੇ ਹਾਂ। ਜੇ ਬੈਠਣਾ ਹੀ ਏਸੀ ਵਾਲੇ ਕਮਰੇ 'ਚ, ਸਾਫ ਸਫਾਈ ਵਾਲੇ ਕਮਰੇ ਵਿੱਚ ਹੈ, ਅੱਜ ਨਹਾਤੇ ਹਾਂ ਤਾਂ ਦੂਸਰੇ ਦਿਨ ਨਹਾਉਣ ਦੀ ਕੀ ਲੋੜ ਪੈ ਗਈ ਹੈ। ਇਸ ਤਨ ਦੇ ਵਿੱਚੋਂ, ਕਿਉਂਕਿ ਇਹ ਮੈਲ ਦਾ ਥੈਲਾ ਹੈ, ਗੰਦਗੀ ਦਾ ਥੈਲਾ ਹੈ, ਇਹਦੇ ਅੰਦਰ ਬਦਬੂ ਹੈ। ਸਫਾਈ ਰੱਖਾਂਗੇ ਸਰੀਰਕ ਕਰਕੇ, ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ। ਆਲਾ ਦੁਆਲਾ ਸਾਫ ਹੋਵੇਗਾ, ਸਾਨੂੰ ਹਵਾ ਜਿਹੜੀ ਹੈ ਸਵੱਛ ਮਿਲੇਗੀ, ਸਾਹ ਲੈਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ, ਸਾਡੀਆਂ ਮਾਸਪੇਸ਼ੀਆਂ ਵਧੀਆ ਕੰਮ ਕਰਨਗੀਆਂ। ਇਹ ਵੀ ਗੁਰਬਾਣੀ ਦੀ ਜਾਚ ਹੈ ਇੱਕ। ਗੁਰਬਾਣੀ ਜੀਵਨ ਦਾ ਢੰਗ ਰਹਿਣਾ ਵੀ ਸਿਖਾਉਂਦੀ ਹੈ, ਦੁਨਿਆਵੀ ਤੌਰ 'ਤੇ ਵੀ, ਅਧਿਆਤਮਿਕ ਤੌਰ 'ਤੇ ਵੀ। ਇਸੇ ਤਰ੍ਹਾਂ ਹੀ ਜੋ ਮਨ ਰੂਪੀ ਕਮਰਾ ਹੈ, ਮਨ ਰੂਪੀ ਭਾਂਡਾ ਹੈ, ਇਹਨੂੰ ਵੀ ਨਿੱਤਾ ਪ੍ਰਤੀ ਸਾਫ਼ ਕਰਨਾ ਹੈ। ਵਾਹਿਗੁਰੂ ਗੁਰਮੰਤਰ ਦੇ ਨਾਲ, ਗੁਰਬਾਣੀ ਪੜ੍ਹ ਕੇ ਜਾਂ ਗੁਰਬਾਣੀ ਕੰਨਾਂ ਦੇ ਨਾਲ ਸੁਣ ਕੇ, ਸੁਣਨ ਦੇ ਨਾਲ ਵੀ ਮਨ ਪਵਿੱਤਰ ਹੁੰਦਾ ਹੈ, ਬਾਣੀ ਪੜ੍ਹਨ ਦੇ ਨਾਲ ਵੀ ਮਨ ਪਵਿੱਤਰ ਹੁੰਦਾ ਹੈ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਹਾਲਾਂਕਿ ਕਹਿਣ ਵਾਲੇ ਨਾਲੋਂ ਸੁਣਨ ਵਾਲੇ ਦਾ ਦਰਜਾ ਜਿਹੜਾ ਹੈ ਉਹ 3 ਗੁਣਾ ਹੈ। ਸੁਣਤੇ ਪੁਨੀਤ, ਪੁਨੀਤ ਨੇ, ਕਹਿਣ ਵਾਲੇ ਪਵਿੱਤਰ ਨੇ। ਪੁਨੀਤ ਕਿਵੇਂ ਬਣਦਾ ਹੈ? ਸਤਿਗੁਰੂ ਜੀ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਦੱਸਦੇ ਹਨ, ਪਵਿੱਤਰ 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 ਪੁਨੀਤ। ਸੁਣਨ ਵਾਲੇ ਦਾ ਦਰਜਾ ਉੱਚਾ ਹੁੰਦਾ ਹੈ, ਸਰੋਤੇ ਦਾ। ਪਰ ਉਪਦੇਸ਼ ਸਭ ਦੇ ਲਈ ਇੱਕੋ ਸਾਂਝਾ ਹੈ। ਇਹ ਨਾ ਹੋਵੇ ਬੋਲਣ ਵਾਲਾ, ਕਹਿਣ ਵਾਲਾ, ਉਪਦੇਸ਼ ਦੇਣ ਵਾਲਾ, ਬਾਣੀ ਦੀ ਵਿਆਖਿਆ ਕਰਨ ਵਾਲਾ ਮਨ ਕਰਕੇ, ਮੈਲ ਕਰਕੇ ਭਰਿਆ ਰਵੇ, ਵਿਸ਼ੇ ਵਿਕਾਰਾਂ ਦੇ ਵਿੱਚ ਗ੍ਰਸਤ ਹੋਵੇ, ਦੁਨੀਆ ਦੇ ਲੋਕਾਂ ਨੂੰ ਸੰਗਤ 'ਚ ਬੈਠ ਕੇ ਉਹ ਪ੍ਰਵਚਨ ਦੇਵੇ,
ਫਿਰ ਉਹ ਘਾਲ ਜਿਹੜੀ ਆ ਉਹ ਥਾਂ ਨਹੀਂ ਪਿਆ ਕਰਦੀ। ਘਾਲ ਥਾਂ ਨਹੀਂ ਪਿਆ ਕਰਦੀ। ਜਿਸ ਟੀਚਰ ਦੇ ਆਪ ਹੀ ਕੋਈ ਅਸੂਲ ਨਹੀਂ ਹਨ, ਉਹ ਬੱਚਿਆਂ ਨੂੰ ਕੋਈ ਗਾਈਡੈਂਸ ਨਹੀਂ ਦੇ ਸਕਦਾ। ਜੇ ਦੇਵੇਗਾ ਵੀ ਤੇ ਉਹਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਕਰਦਾ। ਸਤਿਗੁਰੂ ਜੀ ਇਸੇ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਵੀ ਜਾਣਾ, ਜਿਸ ਨਗਰ ਦੇ ਵਿੱਚ ਚਰਨ ਪਾਉਣੇ, ਅੰਮ੍ਰਿਤ ਵੇਲੇ ਬਾਹਰ ਖੂਹਾਂ 'ਤੇ, ਤਲਾਬਾਂ 'ਤੇ, ਨਦੀਆਂ 'ਤੇ ਜੋ ਵੀ ਉਸ ਸਮੇਂ ਸਾਧਨ ਸਨ ਇਸ਼ਨਾਨ ਕਰਨ ਦੇ, ਇਸ਼ਨਾਨ ਸ਼ੋਧ ਕੇ ਵਾਹਿਗੁਰੂ ਦੀ ਇਬਾਦਤ ਦੇ ਵਿੱਚ ਲੀਨ ਹੋਣਾ। ਅਤੇ ਭਾਈ ਮਰਦਾਨੇ ਨੂੰ ਕਹਿਣਾ, ਰਬਾਬ ਦੀ ਤਾਰ ਛੇੜ ਬਾਣੀ ਆਈ ਹੈ। ਅਤੇ ਸਤਿਗੁਰੂ ਜੀ ਦਾ ਹੁਕਮ ਵੀ ਸੀ, ਭਾਈ ਮਰਦਾਨਾ ਜੀ ਨੇ ਅੰਮ੍ਰਿਤ ਵੇਲੇ ਫਿਰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਕਰਨਾ। ਫਿਰ ਜੋ ਸੰਗਤਾਂ ਆਉਂਦੀਆਂ ਉਹਨਾਂ ਨੂੰ ਫਿਰ ਸੱਚ ਦਾ ਉਪਦੇਸ਼ ਦੇਣਾ। ਇਸੇ ਤਰ੍ਹਾਂ ਹੀ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪ ਹੁਕਮ ਦੇ ਵਿੱਚ ਰਹਿ ਕੇ ਸਤਿਗੁਰੂ ਜੀ ਦਾ ਹੁਕਮ ਮੰਨਿਆ, ਹੁਕਮ ਦੀ ਅਦੂਲੀ ਨਹੀਂ ਕੀਤੀ। ਜੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੁੰਦਾ, ਹੁਕਮ ਹੁੰਦਾ, ਸਤ ਕਰਕੇ ਜਾਣਿਆ। ਤਦੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਵੀ ਕਹਿ ਰਹੇ ਹਨ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ, ਗਾਵਿਆ ਤਿਨ ਕਾ ਹਰ ਥਾਂ ਪਾਵੈ। ਇੱਥੇ ਨਿਬੇੜਾ ਹੀ ਕਰ ਦਿੱਤਾ, ਨਿਚੋੜ ਹੀ ਕੱਢ ਦਿੱਤਾ, ਸਾਨੂੰ ਸਮਝਾ ਵੀ ਦਿੱਤਾ। ਗਾਵਿਆ ਸੁਣਿਆ, ਗਾਇਆ ਹੋਇਆ, ਸੁਣਿਆ ਹੋਇਆ, ਪੜ੍ਹਿਆ ਹੋਇਆ, ਕਹਿਆ ਹੋਇਆ। ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰਮਾਨੀ। ਬਾਣੀ ਸਤ ਸਰੂਪ ਹੈ। ਇਸ ਕਰਕੇ ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਹੁਕਮ ਨੂੰ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਨੂੰ ਸਤ ਕਰਕੇ ਹੀ ਜਾਣਿਆ। ਸੰਗਤ ਇਕੱਤਰ ਹੋ ਕੇ ਬੈਠੀ ਹੈ। ਜੇ ਬਾਬਾ ਸ੍ਰੀ ਚੰਦ ਜੀ ਨੂੰ ਆਪਣੇ ਸੁਪੁੱਤਰ ਨੂੰ ਕਿਹਾ ਹੈ, ਦੇਖੋ ਸੰਗਤ ਆਈ ਹੈ, ਇਸ ਕਿੱਕਰ ਨੂੰ ਹਲੂਣਾ ਦੇ ਦਿਓ, ਇਹਦੇ 'ਚੋਂ ਪ੍ਰਸ਼ਾਦ ਡਿੱਗੇਗਾ ਮਿੱਠਾ। ਕਿਤੇ ਪਤਾਸੇ ਲਿਖਿਆ ਹੈ, ਕਿਤੇ ਮਠਿਆਈ ਲਿਖੀ ਹੈ। ਹੁਣ ਇਹ ਦੇਖਣਾ ਕਿ ਗੁਰੂ ਪਿਤਾ ਜੀ ਕਦੇ ਕਿੱਕਰਾਂ ਨੂੰ ਵੀ ਪਤਾਸੇ ਲੱਗੇ ਨੇ, ਮਠਿਆਈ ਲੱਗੀ ਹੈ। ਬਾਬਾ ਲਹਿਣਾ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਹਿ ਰਹੇ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ, ਦੇਖੋ ਹਲੂਣਾ ਦੇ ਕੇ ਬਸ ਇਤਨੀ ਕਹਿਣ ਦੀ ਦੇਰ ਸੀ, ਜਦ ਹੀ ਉੱਠ ਪੈਂਦੇ ਹਨ। ਮੇਰੇ ਗੁਰੂ ਕਿਆਂ ਦਾ, ਮੇਰੇ ਪੁਰਖਿਆਂ ਦਾ, ਮੇਰੇ ਗੁਰਦੇਵ ਦਾ, ਸਤਿਗੁਰਾਂ ਦਾ ਮੈਨੂੰ ਹੁਕਮ ਹੈ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਬਾਬਾ ਲਹਿਣਾ ਜੀ ਤੁਸੀਂ ਵੀ ਦੇਖੋ ਕਦੇ ਕਿੱਕਰਾਂ ਤੋਂ ਪਤਾਸੇ ਜਾਂ ਮਠਿਆਈ ਡਿੱਗੀ ਹੈ? ਉਹ ਕਹਿਣ ਲੱਗੇ, ਗੁਰੂ ਸਪੁੱਤਰ ਜੀਓ, ਚਾਹੇ ਕਿੱਕਰਾਂ ਨੂੰ ਤੁੱਕੇ ਲੱਗਣ, ਕੰਡੇ ਲੱਗਣ, ਮਠਿਆਈ ਡਿੱਗੇ ਜਾਂ ਪਤਾਸੇ ਡਿੱਗਣ ਜਾਂ ਨਾ ਡਿੱਗਣ, ਮੈਨੂੰ ਇਹਦੇ ਤੱਕ ਕੋਈ ਮਤਲਬ ਨਹੀਂ ਹੈ। ਮੈਨੂੰ ਤਾਂ ਇਹੀ ਮਤਲਬ ਹੈ ਕਿ ਮੇਰੇ ਗੁਰੂ ਦਾ ਮੇਰੇ ਲਈ ਕੀ ਹੁਕਮ ਹੈ। ਮੈਂ ਗੁਰੂ ਦਾ ਸਿੱਖ ਹਾਂ, ਮੈਂ ਗੁਰੂ ਨਾਨਕ ਦੀ ਚਰਨ ਸ਼ਰਨ ਵਿੱਚ ਆਇਆ ਹਾਂ। ਜੋ ਮੈਨੂੰ ਉਪਦੇਸ਼ ਹੈ, ਜੋ ਮੈਨੂੰ ਉਹ ਹੁਕਮ ਲਾ ਰਹੇ ਹਨ, ਉਹ ਮੇਰਾ ਮੰਨਣਾ ਫਰਜ਼ ਹੈ। ਕਿਉਂ ਸੰਤ ਹੋ ਸਾਗਰ ਪਾਰੋ ਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜਿਹਨੇ ਭਵਜਲ ਸਾਗਰ ਵਿੱਚੋਂ ਪਾਰ ਹੋਣਾ ਹੈ, ਉਹ ਸਤਿਗੁਰੂ ਜੀ ਦੇ ਬਚਨਾਂ 'ਤੇ ਪੂਰਾ ਪੂਰਾ ਪਹਿਰਾ ਦੇਵੇ, ਤਾਂ ਉਹ ਭਵਜਲ ਸਾਗਰ ਵਿੱਚੋਂ ਪਾਰ ਹੋਣ ਦੇ ਸਮਰੱਥ ਹੈ। ਇਉਂ ਬਾਣੀ ਦੱਸ ਰਹੀ ਹੈ।
ਜੇ ਕੋਈ ਬਚਨ ਕਮਾਵੇ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਬਚਨ ਕਮਾਵੇ ਸਾਧੂ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਸੰਤਾਂ ਦਾ ਗੁਰ ਪ੍ਰਸਾਦੀ ਪਾਰ ਪਾਵੇ। ਜੇ ਕੋ ਬਚਨ ਕਮਾਵੇ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਬਚਨ ਕਮਾਵੇ, ਕਮਾਵੇ ਕੋਈ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇ। ਜੇ ਕੋਈ ਬਚਨ ਕਮਾਵੇ ਸਾਧੂ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਕਮਾਵੇ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇ। ਜੇ ਕੋ ਬਚਨ ਕਮਾਵੇ ਸੰਤਾਂ ਦਾ, ਉਹ ਗੁਰ ਪ੍ਰਸਾਦੀ ਪਾਰ ਪਾਵੇਗਾ। ਮੇਰੇ ਪਿਆਰੇ ਗੁਰ ਪ੍ਰਸਾਦੀ ਪਾਰ ਪਾਵੇ। ਮੇਰੇ ਪਿਆਰੇ ਗੁਰ ਪ੍ਰਸਾਦੀ ਪਾਰ ਪਾਵੇਗਾ। ਗੁਰ ਪ੍ਰਸਾਦੀ, ਮੇਰੇ ਪਿਆਰੇ ਗੁਰ ਪ੍ਰਸਾਦੀ ਪਾਰ ਪਾਵੇਗਾ। ਵਾਹ 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 ਜੀ ਗੁਰ ਪ੍ਰਸਾਦੀ ਪਾਰ, ਵਾਹ 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 ਗੁਰ ਪ੍ਰਸਾਦੀ ਪਾਰ ਪਾਵੇਗਾ। ਗੁਰ ਪ੍ਰਸਾਦੀ ਪਾਰ ਪਾਵੇਗਾ। ਵਾਹ 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 ਗੁਰ ਪ੍ਰਸਾਦੀ ਪਾਰ ਪਾਵੇਗਾ। ਬਚਨ ਕਮਾਵੇ, ਕਮਾਵੇ ਸਾਧੂ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇ। ਜੇ ਕੋਈ ਬਚਨ ਕਮਾਵੇ ਸਾਧੂ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਕਮਾਵੇ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਜੇ ਕੋ ਬਚਨ ਕਮਾਵੇ ਸੰਤਾਂ ਦਾ, ਉਹ ਗੁਰ ਪ੍ਰਸਾਦੀ ਪਾਰ ਪਾਵੇਗਾ। ਸੰਤ ਹੋ ਸਾਗਰ ਪਾਰ ਉਤਰੀਐ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਆਪਣੇ ਗੁਰਦੇਵ ਦਾ, ਆਪਣੇ ਗੁਰੂ ਦਾ, ਸਤਿਪੁਰਸ਼ਾਂ ਦਾ ਜੋ ਬਚਨ ਹੈ, ਜੋ ਹੁਕਮ ਹੈ, ਉਸ ਨੂੰ ਸਿਰ ਮੱਥੇ ਪ੍ਰਵਾਨ ਕਰਦਾ ਹੈ ਨਾ ਸੇਵਕ, ਫਿਰ ਉਹ ਉਹਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਤਦੇ ਫਿਰ ਗੁਰੂ ਨਾਨਕ ਦੇ ਖਜ਼ਾਨੇ ਦੇ ਮਾਲਕ ਬਣ ਬੈਠੇ ਬਾਬਾ ਲਹਿਣਾ ਜੀ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ। ਇਸੇ ਤਰ੍ਹਾਂ ਹੀ ਖਡੂਰ ਸਾਹਿਬ ਦੀ ਧਰਤੀ 'ਤੇ ਜੋਤ ਜਗਾ ਰਹੇ ਨੇ।
ਸੇਵਾ ਦੇ ਵਿੱਚ ਤਤਪਰ ਹੋਏ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ। 60-62 ਸਾਲ ਦੀ ਉਮਰ ਹੈ। ਹੁਕਮ ਦੂਲੀ ਨਹੀਂ ਕੀਤੀ, ਬਸ ਇੱਕ ਨੇਮ ਬਣਾ ਲਿਆ। ਗੁਰੂ ਨੂੰ ਅੰਗ ਸੰਗ ਸਮਝਿਆ, ਹਾਜ਼ਰ ਨਾਜ਼ਰ ਸਮਝਿਆ, 100% ਸ਼ਰਧਾ ਰੱਖੀ ਗੁਰੂ ਦੇ ਉੱਪਰ। ਕਰੋੜਾਂ ਹੀ ਨਿੰਦਨੀਏ ਕਰਮਾਂ ਤੋਂ ਦੂਰ ਰਹੇ। ਨਿਤਾਂ ਪ੍ਰਤੀ ਦਾ ਜੋ ਸੁਭਾਅ ਸੀ, ਅੰਮ੍ਰਿਤ ਵੇਲੇ ਉੱਠਣਾ, ਦਾਤਨ ਕੁਰਲਾ, ਇਸ਼ਨਾਨ ਕਰਨਾ, ਨੇਮ ਦੇ ਵਿੱਚ ਪ੍ਰਵਿਰਤ ਹੋਣਾ। ਪਹਿਰ ਸਵਾ ਪਹਿਰ ਰਹਿੰਦਿਆਂ ਪੁੱਠ ਪਹਿਰੀ ਜਾ ਕੇ ਬਿਆਸ ਦਰਿਆ ਤੋਂ ਗਾਗਰ ਭਰ ਕੇ ਲਿਆ ਕੇ ਆਪਣੇ ਇਸ਼ਟ ਗੁਰਦੇਵ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜਲ ਦੇ ਨਾਲ ਇਸ਼ਨਾਨ ਕਰਵਾਉਣਾ। ਇਹ ਸੇਵਾ, ਕਿਉਂਕਿ ਗੁਰੂ ਘਰ ਦੇ ਅੰਦਰ ਇੱਕ ਸੇਵਾ ਹੈ, ਇੱਕ ਸਿਮਰਨ ਹੈ, ਇੱਕ ਸਿੱਕੇ ਦੇ ਦੋ ਪਹਿਲੂ ਹਨ। ਸੇਵਾ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਭਗਤੀ ਤੋਂ ਬਿਨਾਂ ਗਿਆਨ ਨਹੀਂ ਆਉਂਦਾ, ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਸੇਵਾ ਕਰਕੇ ਮਨ, ਤਨ ਵੀ ਨਿਰਮਲ ਹੈ, ਮਨ ਵੀ ਨਿਰਮਲ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ। ਇਕਾਗਰ ਮਨ ਚਿਤ ਕਰਕੇ, ਬਾਹਰੀ ਦਿਖਾਵਾ ਨਾ ਹੋਵੇ, ਅੰਤਰੀ ਭਾਵ ਦੇ ਨਾਲ ਅੰਤਸ਼ਕਰਨ ਨੂੰ ਸ਼ੁੱਧ ਕਰਨ ਵਾਸਤੇ ਗੁਰੂ ਦੇ ਦਰ ਦੀ ਸੇਵਾ ਦੀ ਸੰਭਾਲਣਾ ਕਰਨੀ, ਸੇਵਾ ਦੇ ਵਿੱਚ ਤਤਪਰ ਰਹਿਣਾ। ਇਹ ਨਾ ਦੇਖੇ ਕਿ ਮੇਰੀ ਕਿਸੇ ਨੇ ਵਡਿਆਈ ਨਹੀਂ ਕੀਤੀ, ਮੈਂ ਇਤਨੀ ਸੇਵਾ ਕੀਤੀ ਹੈ। ਨਹੀਂ, ਇਹ ਤਾਂ ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਰਛਿਤ ਉਹਦੇ ਨਾਲ ਤਨ ਜਿਹੜਾ ਹੈ ਨਿਰਮਲ ਹੁੰਦਾ ਹੈ, ਮਨ ਵੀ ਨਿਰਮਲ ਹੁੰਦਾ ਹੈ। ਫਿਰ ਮਨ ਜਿਹੜਾ ਹੈ ਭਗਤੀ ਮਾਰਗ ਵੱਲ ਲੱਗਦਾ ਹੈ। ਗੁਰੂ ਦਾ ਭਾਵ ਵੀ ਆਉਂਦਾ ਹੈ, ਗੁਰੂ ਦਾ ਭੈ ਵੀ ਆਉਂਦਾ ਹੈ, ਪਿਆਰ ਵੀ ਹੈ ਅਤੇ ਗੁਰੂ ਦਾ ਭੈ ਵੀ ਰਹਿੰਦਾ ਹੈ। ਗੁਰੂ ਦੇ ਭੈ ਦੇ ਵਿੱਚ ਰਹਿ ਕੇ ਗੁਰੂ ਦੇ ਚਰਨਾਂ ਨਾਲ ਪਿਆਰ ਪੈਂਦਾ ਹੈ, ਭਗਤੀ ਦੇ ਵਿੱਚ ਲੀਨ ਹੁੰਦਾ ਹੈ। ਮਨ ਇੱਕ ਦਿਨ ਭਗਤੀ ਕਰਦਾ ਕਰਦਾ ਭਗਵਾਨ ਦਾ ਰੂਪ ਹੋ ਜਾਂਦਾ ਹੈ। ਉਹਦੇ ਵਿੱਚ ਤੇ ਸੇਵਕ ਵਿੱਚ ਕੋਈ ਫਰਕ ਨਹੀਂ ਰਹਿੰਦਾ। ਹਰ ਹਰ ਜਨ ਦੋਈ ਏਕ ਹੈ, ਬਿਭ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ, ਜਿਉ ਜਲ ਹੀ ਵਿਖੈ ਸਮਾਹੇ। ਭਗਤੀ ਹੁੰਦੀ ਦੋ ਤੋਂ ਸ਼ੁਰੂ। ਧਿਆਤਾ ਧਿਆਨ ਤੇ ਧੇ ਦਾ ਰੂਪ ਹੋ ਜਾਣਾ। ਭਗਤ ਭਗਤੀ ਕਰਦਾ ਭਗਵਾਨ ਦੇ ਵਿੱਚ ਲੈ ਹੋ ਜਾਂਦਾ ਹੈ। ਇਤਨਾ ਉਸ ਨੂੰ ਗਿਆਨ ਹੋ ਜਾਂਦਾ ਹੈ ਕਿ ਉਹ ਮੋਕਸ਼ ਨੂੰ ਪ੍ਰਾਪਤ ਹੋ ਜਾਂਦਾ ਹੈ। ਗੁਰੂ ਤੋਂ ਬਿਨਾਂ ਮੁਕਤੀ ਕਿਤੇ ਹੈ ਹੀ ਨਹੀਂ, ਦੁਨੀਆ ਦੀ ਕੋਈ ਤਾਕਤ ਹੀ ਨਹੀਂ। ਨਾ ਡਾਕਟਰਾਂ ਪਾਸ ਦਵਾਈ ਹੈ, ਨਾ ਵੈਦਾਂ ਪਾਸ ਕੋਈ ਜੜੀ ਬੂਟੀ ਹੈ। ਜੇ ਮੁਕਤੀ ਹੈ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਗਿਆਨ ਦੇ ਅੰਦਰ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਰਹਿ ਕਰਕੇ ਆਪਣੇ ਸਿੱਖੀ ਦਾ ਧੁਰਾ ਬਣਾਇਆ। ਗੁਰੂ ਪੰਗਤ ਸੰਗਤ ਨੂੰ ਪੰਗਤ ਦੇ ਵਿੱਚ ਬਿਠਾਇਆ। ਊਚ ਨੀਚ ਭੇਦ ਭਾਵ ਇੱਕ ਪਾਸੇ ਰੱਖ ਕੇ ਸਾਰਿਆਂ ਨੂੰ ਬਰਾਬਰ ਪੰਗਤ ਵਿੱਚ ਬੈਠ ਕਰਕੇ ਗੁਰੂ ਕਾ ਲੰਗਰ ਛਕਾਇਆ। ਹੁਣ ਇੱਧਰ ਧਿਆਨ ਦਿਓ ਜਰਾ।
ਲਾਹੌਰ ਦਾ ਇੱਕ ਨਗਰ ਹੈ ਜਿਸ ਨੂੰ ਚੂਨਾ ਮੰਡੀ ਨਾਂ ਕਰਕੇ ਆਪ ਸਾਰੇ ਹੀ ਜਾਣਦੇ ਹੋ। ਉੱਥੇ ਇੱਕ ਸੋਢੀਆਂ ਦਾ ਪਰਿਵਾਰ ਹੈ। ਧੰਨ ਸਤਿਕਾਰਯੋਗ ਬਾਬਾ ਹਰਦਾਸ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖ ਦੇ ਉੱਪਰੋਂ ਇੱਕ ਬਾਲਕ ਨੇ ਜਨਮ ਲਿਆ। ਮਾਤਾ ਪਿਤਾ ਨੇ ਖੁਸ਼ੀਆਂ ਮਨਾਈਆਂ। ਸਾਰੇ ਨਗਰ ਦੇ ਵਿੱਚ ਹੀ ਮਾਨੋ ਬੜੀ ਠੰਡਕ ਦੀ ਲਹਿਰ ਜਿਹੜੀ ਹੈ ਉਹ ਸ਼ੀਤ ਲਹਿਰ ਹੀ ਫੈਲ ਗਈ। ਪ੍ਰਕਾਸ਼ ਹੋਇਆ। ਗੁਰੂ ਰਾਮਦਾਸ ਨਾਮ ਰੱਖਿਆ ਗਿਆ। ਗੁਰੂ ਤਾਂ ਆਪਾਂ ਸਤਿਕਾਰ ਵਜੋਂ ਲਾਉਂਦੇ ਹਾਂ, ਘਰਦਿਆਂ ਨੇ ਤਾਂ ਰਾਮਦਾਸ ਨਾਮ ਰੱਖਿਆ ਸੀ। ਪਹਿਲਾ ਬਾਲਕ ਹੋਣ ਜਾ ਕੇ ਸਾਰੇ ਹੀ ਜੇਠਾ ਕਹਿੰਦੇ ਸਨ, ਪਰ ਆਪਾਂ ਸਤਿਕਾਰ ਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਰਕੇ ਹੀ ਸੰਬੋਧਨ ਕਰਾਂਗੇ। ਬਾਣੀ ਦਾ ਅਦਬ, ਗੁਰਪੀਰਾਂ ਦਾ ਅਦਬ, ਸਤਿਪੁਰਸ਼ਾਂ ਦਾ, ਗੁਰਮੁਖਾਂ ਦਾ, ਗੁਰੂ ਸਾਹਿਬਾਨਾਂ ਦਾ ਜਿਤਨਾ ਵੀ ਸਤਿਕਾਰ ਆਪਾਂ ਕਰ ਸਕਦੇ ਹਾਂ, ਉਤਨੇ ਹੀ ਅਸੀਂ ਉਹਨਾਂ ਦੀ ਬਖਸ਼ਿਸ਼ ਦੇ, ਉਹਨਾਂ ਦੀ ਨਜ਼ਰ ਦੇ ਪਾਤਰ ਬਣਦੇ ਹਾਂ। ਉਮਰ ਕੁਛ ਬਚਪਨ ਦੇ ਵਿੱਚ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਜੋ ਭਾਉਂਦਾ ਹੈ, ਮਾਤਾ ਦਾ ਸਾਇਆ ਜਿਹਦੀ ਗੋਦ ਦੇ ਵਿੱਚ ਬੈਠ ਕਰਕੇ ਬਚਪਨ ਦੇ ਵਿੱਚ ਲੋਰੀਆਂ ਲੈਣੀਆਂ ਸੀ, ਮਾਂ ਦੀ ਗੋਦ ਦਾ ਆਨੰਦ ਮਾਣਨਾ ਸੀ। ਮਾਂ ਦੀ ਬੁੱਕਲ ਦੇ ਹੁਲਾਰੇ ਲੈਣੇ ਸਨ। ਉਹ ਸਾਇਆ ਸਿਰ ਤੋਂ ਉੱਠ ਚੁੱਕਿਆ ਹੈ। ਬਾਸਰ ਕੇ ਗਿੱਲਾਂ ਤੋਂ ਸਤਿਗੁਰਾਂ ਦੇ ਨਾਨੀ ਜੀ ਉੱਥੇ ਪਹੁੰਚਦੇ ਨੇ। ਸਮਾਂ ਨਿਕਲਿਆ। 7 ਸਾਲ ਦੀ ਆਰਜ਼ੂ ਹੋਈ ਹੈ। ਪਿਤਾ ਬਾਬਾ ਹਰਦਾਸ ਜੀ ਵੀ ਇਸ ਸੰਸਾਰ ਤੋਂ ਆਪਣੇ ਪੰਜ ਭੂਤਿਕ ਸਰੀਰ ਨੂੰ ਅਲੋਪ ਕਰ ਲੈਂਦੇ ਹਨ। ਹੁਣ ਨਾਨੀ ਦੋਹਤਾ ਸੰਸਾਰ ਦੇ ਉੱਪਰ ਰਹਿੰਦੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ। ਸਹਾਰਾ ਕੋਈ ਨਹੀਂ। ਰੁਜ਼ਗਾਰ ਕੀ ਹੈ? ਗਰੀਬ ਪਰਿਵਾਰ ਹੈ। ਮਾਤਾ ਨੇ ਘੁੰਗਣੀਆਂ ਬਣਾ ਦਿੱਤੀਆਂ, ਛਾਬੇ 'ਚ ਪਾ ਕੇ ਬਾਹਰ ਵੇਚਦਾ ਹੈ। 7 ਸਾਲ ਦੀ ਆਰਜ਼ੂ ਕਿਤਨੀ ਕੁ ਹੁੰਦੀ ਹੈ ਬੱਚੇ ਦੀ? ਆਪਾਂ 7 ਸਾਲ ਦੇ ਬੱਚੇ ਨੂੰ ਆਪਾਂ ਦੇਖੀਏ, ਬਾਹਰ ਬਾਜ਼ਾਰ ਦੇ ਵਿੱਚ, ਗਲੀ ਮੁਹੱਲੇ ਵਿੱਚ ਜਾ ਕੇ ਆਪਣੀ ਆਵਾਜ਼ ਦੇ ਨਾਲ ਘੁੰਗਣੀਆਂ ਲੈ ਲਓ। ਬੜੀਆਂ ਕਰਾਰੀਆਂ ਘੁੰਗਣੀਆਂ ਨੇ, ਨਮਕੀਨ ਨੇ, ਘੁੰਗਣੀਆਂ ਲੈ ਲਓ। ਬਚਪਨ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਆਵਾਜ਼ ਇਤਨੀ ਮਿੱਠੀ ਰਸ ਘੋਲਦੀ ਸੀ, ਕਿਉਂਕਿ ਦੁਨੀਆ ਦੇ ਭਾਵੇਂ ਉਹ ਦੁਨਿਆਵੀ ਬਾਲਕ ਸਨ, ਪਰ ਜੋ ਅੰਦਰ ਜੋਤ ਸੀ, ਜੋ ਅੰਦਰ ਮਿਠਾਸ ਸੀ, ਉਹਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੋਂ ਬਿਨਾਂ ਕੋਈ ਜਾਣਦਾ ਹੀ ਨਹੀਂ ਸੀ। ਨਗਰ ਦੇ ਵਿੱਚ ਖੜ੍ਹ ਕੇ, ਚੌਂਕ ਦੇ ਵਿੱਚ ਖੜ੍ਹ ਕੇ ਆਵਾਜ਼ ਦੇਣੀ, ਘੁੰਗੜੀਆਂ ਲੈ ਲਓ। ਇਤਨਾ ਮਿੱਠਾ ਮਿੱਠਾ ਬੋਲਦਾ ਵੀ ਕਿਉਂ ਨਾ। ਪਾਤਸ਼ਾਹ ਕਹਿੰਦੇ, ਮਿੱਠ ਬੋਲੜਾ ਜੀ, ਮਿੱਠ ਬੋਲੜਾ, ਹਰ ਸੱਜਣ ਸੁਆਮੀ ਮੋਰਾ।
ਉਹ ਸੰਭਲ ਸਕੀ ਜੀ। ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ। ਔਗਣ ਕਉ ਨਾ ਚਿਤਾਰੇ, ਪਤਿਤ ਪਾਵਨ ਹਰ ਬਿਰਦ ਸਦਾ। ਇਕ ਤਿਲ ਨਹੀਂ ਭੰਨੇ ਘਾਲੇ, ਘਟ ਘਟ ਵਾਸੀ ਸਰਬ ਨਿਵਾਸੀ। ਨੇਰੇ ਹੀ ਤੇ ਨੇਰਾ, ਨਾਨਕ ਦਾਸ ਦਾ ਸਰਨਾਗਤ। ਹਰ ਅੰਮ੍ਰਿਤ ਸੱਜਣ ਮੇਰਾ। ਜਿਹਦੇ ਅੰਦਰ ਹੀ ਅੰਮ੍ਰਿਤ ਭਰਿਆ ਪਿਆ ਹੈ, ਉਹਦੀ ਬਾਣੀ ਵਿੱਚ ਵੀ ਫਿਰ ਮਿੱਠੀ, ਉਹਦੀ ਬੋਲੀ ਵੀ ਮਿੱਠੀ ਹੋਵੇਗੀ। ਤਦੇ ਪਾਤਸ਼ਾਹ ਕਹਿ ਰਹੇ ਨੇ, ਜਦੋਂ ਘੁੰਗਣਿਆਂ ਦੀ ਆਵਾਜ਼ ਦਿੰਦੀ, ਆਉਂਦੇ ਲੰਘਦੇ ਰਾਹੀਆਂ ਦੇ ਕੰਨਾਂ ਦੇ ਵਿੱਚ ਉਹ ਰਸ ਘੋਲ ਦੀ ਆਵਾਜ਼ ਹੀ ਇੰਨੀ ਆਕਰਸ਼ਿਤ ਹੁੰਦੀ, ਸਾਰੇ ਹੀ ਆ ਕੇ ਉਹਨਾਂ ਤੋਂ ਲੈ ਕੇ ਜਾਂਦੇ। ਪਾਤਸ਼ਾਹ ਬੋਲਦੇ, ਆਵਾਜ਼ ਦਿੰਦੇ, ਤੇ ਆਵਾਜ਼ ਵਿੱਚੋਂ ਮਿੱਠੀ ਆਵਾਜ਼ ਆਉਂਦੀ। ਵਾਹ 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 ਜੀ, ਮਿੱਠੇ ਮਿੱਠੇ ਬੋਲ ਬੋਲਦਾ। ਵਾਹ 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 ਵਾਹ, ਮਿੱਠੇ ਮਿੱਠੇ ਬੋਲ ਬੋਲਦਾ। ਮਿੱਠੇ ਮਿੱਠੇ ਬੋਲ ਬੋਲਦਾ। ਵਾਹ ਵਾਹ ਵਾਹ, ਮਿੱਠੇ ਮਿੱਠੇ ਬੋਲ ਬੋਲਦਾ। ਵਾਹ 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 ਜੀ, ਮਿੱਠੇ ਮਿੱਠੇ ਬੋਲ ਬੋਲਦਾ। ਵਾਹ 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 ਵਾਹ, ਤੂੰ ਤਾਂ ਮਿੱਠੇ ਮਿੱਠੇ ਬੋਲ ਬੋਲਦਾ। ਮਿੱਠੇ ਮਿੱਠੇ ਬੋਲ ਬੋਲਦਾ। ਵਾਹ 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 ਵਾਹ, ਮਿੱਠੇ ਮਿੱਠੇ ਬੋਲ ਬੋਲਦਾ। ਹਰ ਸੱਜਣ ਸੁਆਮੀ ਮੋਰਾ, ਸੁਆਮੀ ਮੋਰਾ, ਮਿੱਠੇ ਮਿੱਠੇ ਬੋਲ ਬੋਲਦਾ। ਹਰ ਸੱਜਣ ਸੁਆਮੀ ਮੋਰਾ, ਮਿੱਠੇ ਮਿੱਠੇ ਬੋਲ ਬੋਲਦਾ। ਸੁਆਮੀ ਮੋਰਾ, ਮਿੱਠੇ ਮਿੱਠੇ ਬੋਲ ਬੋਲਦਾ। ਸੁਆਮੀ ਮੋਰਾ, ਮਿੱਠੇ ਮਿੱਠੇ ਬੋਲ ਬੋਲਦਾ। ਮੋਰਾ, ਮਿੱਠੇ ਮਿੱਠੇ ਬੋਲ ਬੋਲਦਾ। ਇਸ ਕਰਕੇ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਦੇਣੀ ਆ। ਇਹ ਕੁਝ ਸਮਾਂ ਪਾ ਕੇ ਆਪਾਂ ਇਤਿਹਾਸ ਨੂੰ ਅੱਗੇ ਲੈ ਕੇ ਚੱਲੀਏ। ਆਪਣੇ ਨਾਨਕੇ ਨਗਰ ਬਸਰ ਕੇ ਗਿੱਲਾਂ ਆ ਜਾਂਦੇ ਹਨ। ਉੱਥੋਂ ਸਰ ਦਾ ਹੀ ਇਲਾਕਾ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਾਂਦੇ, ਸੇਵਾ ਕਰਦੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਨਾਨੀ ਜੀ ਵੀ ਉੱਥੇ ਸੇਵਾ ਕਰਦੇ, ਅਤੇ ਆਪਣੇ ਦੋਹਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਨਾਲ ਲੈ ਕੇ ਗਏ। ਦੇਖਿਆ ਜਾ ਕੇ ਕਿ ਮਨ ਤਾਂ ਪਹਿਲਾਂ ਹੀ ਨਿਰਮਲ ਸੀ, ਸਾਫ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਭਾਂਡਾ ਖਾਲੀ ਸੀ, ਵਸਤੂ ਨੇ ਟੇਕੀ ਜਾਣਾ ਸੀ। ਜਦੋਂ ਦਰਸ਼ਨ ਕੀਤੇ, ਸਤਿਗੁਰੂ ਜੀ ਨੇ ਨਜ਼ਰ ਮਾਰੀ, ਨਾਨੀ ਜੀ ਨੇ ਅਰਦਾਸ ਬੇਨਤੀ ਕੀਤੀ, ਪਾਤਸ਼ਾਹ ਇਹ ਮੇਰਾ ਦੋਹਤਾ ਹੈ, ਮਾਤਾ ਦਾ ਵੀ ਅਤੇ ਪਿਤਾ ਦਾ ਵੀ ਸਾਇਆ ਉੱਠ ਚੁੱਕਾ ਹੈ, ਆਪ ਕਿਰਪਾ ਕਰੋ, ਕੋਈ ਬਾਲੀ ਵਾਰਸ ਹੈ ਨਹੀਂ। ਜਦੋਂ ਸਤਿਗੁਰੂ ਜੀ ਨੇ ਨਜ਼ਰ ਕੀਤੀ ਹੈ ਅਤੇ ਕਹਿਣ ਲੱਗੇ, ਇਹ ਤਾਂ ਸਾਰੀ ਲੁਕਾਈ ਦਾ ਹੀ ਬਾਲੀ ਵਾਰਸ ਬਣੇਗਾ। ਸੇਵਾ ਦੇ ਵਿੱਚ ਤਤਪਰ ਹੋਏ, ਸੇਵਾ ਕੀਤੀ। ਉੱਥੇ ਟੋਕਰੀ ਵੀ ਢੋਈ ਹੈ,
ਤੇ ਸਤਿਗੁਰੂ ਦੇ ਦਰਸ਼ਨ ਵੀ ਕੀਤੇ ਨੇ। ਕਿਸੇ ਨਾਲ ਕੋਈ ਫालतू ਗੱਲ ਨਹੀਂ ਕਰਨੀ, ਬਹੁਤੀ ਆਪਣੀ ਵਡਿਆਈ ਵੀ ਨਹੀਂ ਕਰਾਉਣੀ। ਸੰਗਤ ਨਾਲ ਬਸ ਰਸਨਾ ਦੇ ਨਾਲ ਵਾਹਿਗੁਰੂ ਦਾ ਜਾਪ ਕਰਨਾ। ਜੋ ਸਤਿਗੁਰੂ ਜੀ ਹੁਕਮ ਲਗਾਉਂਦੇ ਸੰਗਤ ਵਿੱਚ ਉਸ ਬਚਨ ਨੂੰ ਕਮਾਉਣਾ। ਜਿੱਥੇ ਸੰਗਤ ਦੀ ਡਿਊਟੀ ਦੀ ਸੇਵਾ ਲੱਗਦੀ, ਉਸ ਸੇਵਾ ਨੂੰ ਬੜੇ ਤਨ ਮਨ ਧਨ ਦੇ ਨਾਲ, ਲਗਨ ਦੇ ਨਾਲ ਉਹਨਾਂ ਨੇ ਨਿਭਾ ਦੇਣਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ 2 ਸਪੁੱਤਰੀਆਂ ਸਨ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ। ਤੇ ਬੀਬੀ ਭਾਨੀ ਜੀ ਦਾ ਫਿਰ ਕਾਰਜ ਜਿਹੜਾ ਸੀ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕੀਤਾ ਗਿਆ। ਤੇ ਜੋ ਇਹਨਾਂ ਦੇ ਸ਼ਰੀਕਾ ਭਾਈਚਾਰਾ ਸੀ, ਚਾਚੇ ਤਾਏ ਦੇ, ਉਹਨਾਂ ਨੂੰ ਪਤਾ ਲੱਗਿਆ ਹੈ ਵੀ ਸਾਡਾ ਪੁੱਤਰ ਉੱਥੇ ਸੇਵਾ ਕਰਦਾ ਹੈ, ਗੁਰੂ ਘਰ ਦਾ ਜਵਾਈ ਹੈ। ਦੇਖਦੇ ਹਾਂ ਜਾ ਕੇ ਉੱਥੇ ਬੜੇ ਠਾਠ ਬਾਠ ਦੇ ਨਾਲ ਬੈਠਾ ਹੋਵੇਗਾ, ਸਾਡੀ ਵੀ ਬੜੀ ਇੱਜ਼ਤ ਮਾਣ-ਤਾਣ ਹੋਵੇਗੀ, ਸਾਡਾ ਉੱਚਾ ਸਿਰ ਹੋਵੇਗਾ। ਪਹੁੰਚੇ ਨੇ ਉੱਥੋਂ ਲਾਹੌਰ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ। ਸੰਗਤਾਂ ਸੇਵਾ ਕਰ ਰਹੀਆਂ, ਕੋਈ ਪਾਣੀ ਦਾ ਛਿੜਕਾਅ ਕਰ ਰਿਹਾ ਹੈ, ਕੋਈ ਗੁਰੂ ਕੇ ਲੰਗਰ ਵਾਸਤੇ ਬਰਤਨ ਸਾਫ਼ ਕਰ ਰਿਹਾ ਹੈ, ਕਿਤੇ ਝਾੜੂ ਦੀ ਸੇਵਾ ਹੋ ਰਹੀ ਹੈ। ਆਲੇ ਦੁਆਲੇ ਦੇਖਦੇ ਹੈ, ਕਿਉਂਕਿ ਕੋਈ ਜਾਂਦਾ ਹੈ ਆਪਣੇ ਨੂੰ ਹੀ ਲੱਭਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਦੇਖਿਆ, ਨੰਗੇ ਚਰਨ ਨੇ, ਚੋਲਾ ਪਾਇਆ ਹੋਇਆ ਹੈ, ਸਿਰ 'ਤੇ ਦਸਤਾਰਾ ਹੈ, ਮਿੱਟੀ ਦੀ ਟੋਕਰੀ ਚੁੱਕੀ ਹੋਈ ਹੈ, ਗੋਡਿਆਂ ਉੱਪਰ ਤੱਕ ਸਾਰੇ ਚਰਨਾਂ ਤੋਂ ਲੈ ਕੇ ਮਿੱਟੀ ਦੇ ਨਾਲ ਲਿਬੜੀਆਂ ਹੋਈਆਂ ਨੇ। ਬੜੇ ਹੈਰਾਨ ਹੁੰਦੇ ਹਨ ਵੀ ਐਸਾ ਹੈ ਗੁਰੂ ਕਾ ਹੈ ਦਮਾਦ। ਇਹ ਤਾਂ ਜਵਾਈ ਭਾਈ ਵਾਲੀ ਕੋਈ ਗੱਲ ਹੀ ਨਹੀਂ ਹੈ, ਇਹ ਤਾਂ ਮਜ਼ਦੂਰਾਂ ਵਾਂਗੂ ਰੱਖਿਆ ਹੋਇਆ ਹੈ। ਹੋਰ ਸੰਗਤ ਬੈਠੀ ਸੀ, ਆਪ ਵੀ ਬੈਠ ਕੇ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਸੀ। ਸੋ ਸਤਿਗੁਰੂ ਨੂੰ ਕੁਛ ਬੋਲ ਕਬੋਲ ਉੱਚੇ ਬੋਲ ਰਹੇ ਨੇ। ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਵੱਲ ਆਪਣੇ ਨਜ਼ਰ ਮਾਰੀ। ਗੁਰੂ ਸਤਿਗੁਰੂ ਜੀ ਨੇ ਵੀ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਇਸ਼ਟ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਵੱਲ ਧਿਆਨ ਧਰਿਆ। ਕੋਈ ਗਿਲਾ ਨਹੀਂ, ਕੋਈ ਸੋਗ ਨਹੀਂ, ਚਿਹਰਾ ਹੰਸੂ ਹੰਸੂ ਕਰਦਾ ਹੈ, ਖੇੜਾ ਹੈ, ਮੱਥਾ ਖਿੜਿਆ ਹੋਇਆ ਹੈ। ਕਿਉਂਕਿ ਉਹ ਦੇਖਦੇ ਹਨ ਪਾਤਸ਼ਾਹ ਕਿਤੇ ਇਹਨਾਂ ਦੀਆਂ ਸੁਣ ਕੇ ਮੈਨੂੰ ਜਵਾਬ ਨਾ ਦੇ ਦਿਓ, ਮੈਂ ਤਾਂ ਤੁਹਾਡੀ ਸੇਵਾ ਦੇ ਵਿੱਚ ਹੀ ਖੁਸ਼ ਹਾਂ, ਮੇਰਾ ਮਨ ਤਾਂ ਇੱਥੇ ਹੀ ਲੱਗਿਆ ਹੋਇਆ ਹੈ। ਮੈਂ ਜੇ ਭਵਜਲ ਸਾਗਰ ਵਿੱਚੋਂ ਪਾਰ ਆਉਣ ਤੁਹਾਡੀ ਖੁਸ਼ੀ ਹੈ ਤਾਂ ਇਹ ਤੁਹਾਡੇ ਚਰਨਾਂ ਵਿੱਚ ਰਹਿ ਕੇ ਮੈਂ ਇਸ ਤਰ੍ਹਾਂ ਸੇਵਾ ਹੀ ਕਰਦਾ ਰਹਾਂ। ਜਦੋਂ ਦੇਖਿਆ ਕਹਿਣ ਲੱਗੇ, ਉਹ ਮੂਰਖੋ, ਇਹਦੇ ਸਿਰ 'ਤੇ ਮਿੱਟੀ ਦੀ ਟੋਕਰੀ ਨਹੀਂ ਹੈ, ਇਹਦੇ ਉੱਪਰ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਛਤਰ ਚਲਾਉਣਾ ਹੈ। ਗੱਜ ਕੇ ਆਖੋ ਸਤਨਾਮ। ਜਦੋਂ ਉਹੀ ਸਮਾਂ ਆਇਆ, ਉਹ ਚਲੇ ਗਏ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ 'ਤੇ ਐਸੀ ਬਖਸ਼ਿਸ਼ ਹੋਈ, ਦਿਚੈ ਪੂਰਬ ਦੇਵਨਾ ਜਿਸ ਕੀ ਵਸਤ ਸਹਿ ਘਰੇ ਆਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਇਸ ਕਰਕੇ ਸਤਿਗੁਰੂ ਦੇ ਬਚਨਾਂ ਨੂੰ ਕਮਾਇਆ, ਸੇਵਾ ਕੀਤੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਦੇ ਉਸ ਖਜ਼ਾਨੇ ਨੂੰ ਗ੍ਰਹਿਣ ਕਰ ਲਿਆ। ਸਾਰੀਆਂ ਹੀ ਉਹਨਾਂ ਦੇ ਖਜ਼ਾਨੇ ਦੇ ਉਹ ਮਾਲਕ ਬਣ ਬੈਠੇ। ਤੇ ਸੋਢੀ ਸੁਲਤਾਨ ਪਾਤਸ਼ਾਹ, ਸੋਢੀਆਂ ਦੇ ਹੱਥਾਂ ਦੇ ਵਿੱਚ ਇਹ ਜਿਹੜੀ ਸੀਗੀ ਗੁਰੂ ਨਾਨਕ ਦੀ ਪੀੜ੍ਹੀ ਜੋ ਚੱਲੀ ਆਉਂਦੀ ਸੀ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਬੇਦੀਆਂ ਦੇ ਘਰ ਦੇ ਵਿੱਚ ਹੋਏ, ਬਾਬਾ ਲਹਿਣਾ ਜੀ ਆਏ ਭੱਲਿਆਂ ਦੇ ਘਰ ਦੇ ਵਿੱਚ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਆਏ,
क्योंकि ये तो है नहीं सी कि राजे की गद्दी है राजकुमार नूं दित्ती जावेगी। ये तो पातशाह कहंदे सेवक कौ सेवा बन आई हुक्म बूझ परम पद पाई। जो तन मन धन करके सेवा करता है गुरु जी का बचन मनता है वह इस निर्वाण पदवी नूं प्राप्त कर लैंदा है। वही इसका मालक बनता है। सेवा करके ही सतगुरु नूं खुश किया जा सकता है, सिमरन करके ही खुश किया जा सकता है। तदे ही है फिर जिहदे ते सतगुरु जी दया हुंदी है, सतगुरु जी कृपा करते हैं। पातशाह कहंदे जिसनूं बख्शे सिफत सालाहा नानक पातशाही पातशाह। सारी दुनिया का बादशाह बना देंदे हन। सारी दुनिया का ही छत्र जिहड़ा है उहदे उपर झुलदा है। हुण देखो कित्थे उस घर नूं जिंदरा लगा के आए सी चूना मंडी दे विचों, चाचे ताया ने उहदी बांह नहीं फड़ी, सारे आ गए इत्थे आ गए। ते हुण ओह ऐसा घर वसाया गुरु रामदास पातशाह महाराज जी ने, वर्ल्ड दे विचों सारे संसार दे विचों लोकी आके उत्थे अमृत वेले उस घर दे दरवाजे दी उड़ीक करते रहंदे हन कि कदों इस दे कवाड़ खुलण ते सानू धन गुरु रामदास पातशाह महाराज दे दर्शन होण। गज के आखो सतनाम। ये किहदी कृपा है? ये सतगुरु जी दे शरण विच रह करके बचनां नूं कमाया और सेवा कीती ते बहुत वड्डा रुतबा अज हासिल कर लिया। बन के की बैठे बैठा सोढी पातशाह रामदास सतगुरु कहावे। जिन सिरिया तिने सवारिया, सिरिया तिने सवारिया, तिने सवारिया, सिरिया तिने सवारिया। जिन सिरिया तिने सवारिया, जिन सिरिया तिने सवारिया, तिने सवारिया, जिन सिरिया तिने सवारिया। धन धन रामदास गुर, धन धन रामदास गुर, रामदास गुर, धन धन रामदास गुर। पूरी होई करामात, पूरी होई करामात, होई करामात, पूरी होई करामात। हाँ पूरी होई करामात, पूरी होई करामात, होई करामात, पूरी होई करामात। आप तिरजन हारे तारिया, तिरजन हारे तारिया, हारे तारिया, तिरजन हारे तारिया। धन धन रामदास गुर, धन धन रामदास गुर, धन रामदास गुर, धन धन रामदास गुर। इस करके सतगुरु जी भाईए बख्शिश दे पात्र बनना है। सतगुरु जी का हुक्म है गुरमुख नाम जपो मन मेरे, नानक पावो सूख कनेरे। नाम जपना अमृत वेले उठ के दातन कुरला इशनान करके चौंकड़ा लगा के रसना दे नाल जपना जी। वाहिगुरू 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 वाहिगुरू।
ਵਾਹਿਗੁਰੂ। इस लोक पवने गुरु पाणी पिता माता तत् महात चंगियाइया बुरियाइया वाचा धर्म हजूर तो आपनी के नेड़े के दूर जिन्हें नाम ते आया गए मसकत दाग जिन्हें नाम ते आया गए मसकत दाग वाहिगुरु जाप वाहिगुरु वाहिगुरु धन वाहिगुरु धन वाहिगुरु वाहिगुरु धन वाहिगुरु वाहिगुरु जी का खालसा वाहिगुरु जी की फतेह बोलो जी का खालसा वाहिगुरु जी की फतेह बोलो। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀ ਸਭ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਸਭ ਸੰਗਤਾਂ ਦਾ ਧੰਨਵਾਦ। ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਉਹਨਾਂ ਰਾਹਾਂ ਦੇ ਬਲਿਹਾਰੇ ਜਿਨ੍ਹਾਂ ਤੋਂ ਸੰਗਤਾਂ ਚੱਲ ਕੇ ਭਾਈ ਗੁਰੂ ਦੇ ਦੁਆਰੇ ਪਹੁੰਚੀਆਂ ਹਨ। ਕੋਟਨ ਕੋਟਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਹੁਣ ਸਮੂਹ ਸੰਗਤ ਨੇ ਅਰਦਾਸ ਵਿੱਚ ਸਾਵਧਾਨ ਹੋਣਾ। ਫਿਰ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸੁਣਨਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ।